ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਆਪ ਸਰਕਾਰ ਦਾ ਪਹਿਲਾ ਕੈਬਨਿਟ ਵਿਸਤਾਰ, ਪੰਜਾਬ ਦੇ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ। ਵਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ। ਅਤੇ ਨਕਲੀ ਰਾਮ ਰਹੀਮ ਮਾਮਲੇ ਵਿੱਚ ਡੇਰਾ ਪ੍ਰੇਮੀਆਂ ਨੂੰ ਹਾਈ ਕੋਰਟ ਦੀ ਫਟਕਾਰ, ਕਿਹਾ ਪਟੀਸ਼ਨ ਦਾਇਰ ਕਰਦੇ ਸਮੇਂ ਦਿਮਾਗ ਦੀ ਵਰਤੋਂ ਕਰੋ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਪਹਿਲਾ ਕੈਬਨਿਟ ਵਿਸਤਾਰ ਹੋਇਆ, ਜਿਸ ਦੇ ਚੱਲਦਿਆਂ ਕਈ ਨਵੇਂ ਮੰਤਰੀਆਂ ਨੇ ਵੀ ਸਹੁੰ ਵੀ ਚੁੱਕੀ। ਜਾਣੋ ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਸੰਭਾਇਆ ਗਿਆ ਹੈ। ਮੈਂ ਮਾਨਯੋਗ ਰਾਜਪਾਲ ਜੀ ਨੂੰ ਸਹੁੰ ਚੁੱਕ ਸਮਾਗਮ ਆਰੰਭ ਕਰਨ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕਰਦਾ ਹਾਂ। ਮੈਂ ਹੁਣ ਸ਼੍ਰੀ ਅਮਨ ਅਰੋੜਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਤੇ ਆ ਕੇ ਕੈਬਨਿਟ ਮੰਤਰੀ ਦੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕਣ ਦੀ ਕਿਰਪਾਲਤਾ ਕਰਨ। ਮੈਂ ਹੁਣ ਮਾਨਯੋਗ ਰਾਜਪਾਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼੍ਰੀ ਅਮਨ ਅਰੋੜਾ ਜੀ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣ ਦੀ ਕਿਰਪਾਲਤਾ ਕਰਨ। ਮੈਂ ਅਮਨ ਅਰੋੜਾ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਭਾਰਤ ਦੀ ਪ੍ਰਭੁਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ, ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈ ਜਾਂ ਪੱਖਪਾਤ, ਸਨੇਹ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਕਰਾਂਗਾ। ਮੈਂ ਇੰਦਰਬੀਰ ਸਿੰਘ ਨਿੱਜਰ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਕਰਨ ਨਾਲ ਨਿਭਾਵਾਂਗਾ। ਮੈਂ ਫੌਜਾ ਸਿੰਘ ਸਰਾਰੀ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਕਰਨ ਨਾਲ ਨਿਭਾਵਾਂਗਾ। ਮੈਂ ਚੇਤਨ ਸਿੰਘ ਜੋੜਾ ਮਾਜਰਾ ਈਸ਼ਵਰ ਦੀ ਸਹੁੰ ਚੁੱਕਦਾ ਹਾਂ। ਮੈਂ ਅਨਮੋਲ ਗਗਨ ਮਾਨ ਈਸ਼ਵਰ ਦੀ ਸਹੁੰ ਚੁੱਕਦੀ ਹਾਂ। ਮੈਂ ਮਾਨਯੋਗ ਰਾਜਪਾਲ ਜੀ ਨੂੰ ਸਹੁੰ ਚੁੱਕ ਸਮਾਗਮ ਸਮਾਪਤ ਕਰਨ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕਰਦਾ ਹਾਂ। ਉਧਰ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਤੋਂ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਡਰੱਗ ਕੇਸ ਦੇ ਵਿੱਚ ਬਿਕਰਮ ਮਜੀਠੀਆ ਫਸੇ ਹੋਏ ਨੇ। ਉਮੀਦ ਸੀ ਕਿ ਅੱਜ ਉਹਨਾਂ ਨੂੰ ਇਸ ਕੇਸ ਤੋਂ ਬਰੀ ਕਰ ਦਿੱਤਾ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਡਰੱਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਮਜੀਠੀਆ ਦੇ ਕੇਸ ਨੂੰ ਲੈ ਕੇ ਅਦਾਲਤ ਵੱਲੋਂ ਬਹਿਸ ਪੂਰੀ ਕਰ ਲਈ ਗਈ ਹੈ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ, ਪਰ ਜਸਟਿਸ ਮਸੀਹ ਨੇ ਅੱਜ ਫੈਸਲਾ ਸੁਣਾਉਣ ਦੀ ਬਜਾਏ ਸੁਣਵਾਈ ਨੂੰ ਹੀ ਇਨਕਾਰ ਕਰ ਦਿੱਤਾ ਤੇ ਕੇਸ ਦੂਸਰੀ ਅਦਾਲਤ ਵਿੱਚ ਰੈਫਰ ਕੀਤੇ ਜਾਣ ਦੀ ਗੱਲ ਕਹੀ। ਜਸਟਿਸ ਮਸੀਹ ਦੀ ਬੈਂਚ ਨੇ ਖੁਦ ਨੂੰ ਇਸ ਮਾਮਲੇ ਤੋਂ ਵਾਕ ਕਰ ਲਿਆ ਹੈ। ਹੁਣ ਇਹ ਕੇਸ ਹਾਈ ਕੋਰਟ ਦੇ ਮੁੱਖ ਜੱਜ ਦੇ ਕੋਲ ਜਾਵੇਗਾ। ਇਸ ਤੋਂ ਬਾਅਦ ਮੁੱਖ ਜੱਜ ਇਸ ਮਾਮਲੇ ਨੂੰ ਕਿਸੇ ਦੂਸਰੇ ਬੈਂਚ ਨੂੰ ਦੇਵੇਗੀ। ਦੱਸਦੇ ਕਿ ਡਰੱਗ ਮਾਮਲੇ ਵਿੱਚ ਦੋਸ਼ੀ ਬਿਕਰਮ ਮਜੀਠੀਆ ਨੇ ਜ਼ਮਾਨਤ ਦੇ ਲਈ ਹਾਈ ਕੋਰਟ ਵਿੱਚ ਯਾਚਕਾ ਦਾਇਰ ਕੀਤੀ ਸੀ। ਜੀ ਦੇਖੋ, ਸੁਣਵਾਈ ਤਾਂ ਇਸ ਮਾਮਲੇ ਦੀ ਪਹਿਲਾਂ ਪੂਰੀ ਹੋ ਗਈ ਸੀਗੀ ਜੀ। ਅੱਜ ਉਮੀਦ ਸੀਗੀ ਕਿ ਇਸ ਦੇ ਵਿੱਚ ਆਰਡਰ ਪ੍ਰੋਨਾਂਸ ਹੋਣਗੇ, ਕਿਉਂਕਿ ਰੀ-ਹੀਅਰਿੰਗ ਵਾਸਤੇ ਕੋਰਟ ਨੇ ਇੱਕ ਕੇਸ ਲਾਇਆ ਸੀਗਾ, ਲੇਕਿਨ ਕੋਰਟ ਨੇ ਬਗੈਰ ਕੋਈ ਕਿਸੇ ਦੀ ਗੱਲ ਸੁਣੇ ਆਂਦੇ ਹੀ ਜੱਜ ਸਾਹਿਬ ਨੇ ਇਹ ਕਿਹਾ ਕਿ ਉਹ ਇਸ ਕੇਸ ਨੂੰ ਅੱਗੇ ਸੁਣਵਾਈ ਨਹੀਂ ਕਰ ਸਕਦੇ, ਕਿਸੇ ਦੂਸਰੀ ਕੋਰਟ ਨੂੰ ਇਹ ਕੇਸ ਹੁਣ ਰੈਫਰ ਹੋਏਗਾ। ਜੀ, ਇਹ ਰੈਫਰ ਇਹਦੇ ਵਿੱਚ ਇਹ ਗੱਲ ਬਹੁਤ ਹੀ ਇੱਕ ਅਹਿਮ ਹੈ ਕਿ ਜਦੋਂ 1 ਮਹੀਨਾ ਪਹਿਲੇ ਇਹ ਆਰਡਰ ਰਿਜ਼ਰਵ ਕਰ ਲਏ ਗਏ ਸੀ ਕਿ ਦੋਨੋਂ ਪੱਖਾਂ ਵੱਲੋਂ ਬਹਿਸ ਪੂਰੀ ਹੋ ਗਈ ਸੀ ਤੇ ਅੱਜ ਫਿਰ ਇਸ ਮੌਕੇ ਤੇ ਦੂਜੀ ਕੋਰਟ ਨੂੰ ਰੈਫਰ ਕਰਨਾ ਇਹ ਸਭ ਦੇ ਵਾਸਤੇ ਹੈਰਾਨੀ ਵਾਲੀ ਗੱਲ ਸੀਗੀ। ਹੁਣ ਇਹ ਮਾਮਲਾ ਦੁਬਾਰਾ ਚੀਫ ਜਸਟਿਸ ਕੋਲ ਜਾਏਗਾ ਤੇ ਚੀਫ ਜਸਟਿਸ ਦੁਬਾਰਾ ਇਹ ਵਾਲਾ ਮਾਮਲਾ ਜਿਹੜਾ ਇਹਨਾਂ ਦੀ ਜ਼ਮਾਨਤ ਦੀ ਯਾਚਕਾ ਹੈ ਕਿਸੇ ਹੋਰ ਕੋਰਟ 'ਚ ਭੇਜਣਗੇ ਤੇ ਹੁਣ ਨਵੇਂ ਸਿਰੋਂ ਤੋਂ ਦੁਬਾਰਾ ਫਿਰ ਇਸ ਦੇ ਵਿੱਚ ਆਰਗੂਮੈਂਟ ਹੋਣਗੇ ਦੋਵੇਂ ਪੱਖਾਂ ਦੇ, ਸਰਕਾਰ ਦੇ ਪੱਖ ਦਾ ਵੀ ਤੇ ਬਿਕਰਮ ਮਜੀਠੀਆ ਦੇ ਪੱਖ ਦਾ ਵੀ। ਤੇ ਇਸ ਸੰਬੰਧ ਦੇ ਵਿੱਚ ਹਾਂਡਾ ਸਾਹਿਬ ਸੰਬੰਧਿਤ ਵਕੀਲ ਨਾਲ ਤੁਹਾਡੀ ਗੱਲਬਾਤ ਹੋਈ ਆ, ਉਹ ਕੀ ਕੁਝ ਕਹਿੰਦੇ ਨੇ? ਦੇਖੋ, ਇਸ ਮਾਮਲੇ ਦੇ ਵਿੱਚ ਜਿਹੜੇ ਚੀਮਾ ਨੇ ਉਹ ਵਕੀਲ ਸੀਗੇ ਉਹਨਾਂ ਦੇ, ਹੁਣ ਉਹਨਾਂ ਨੇ ਇਸ ਮਾਮਲੇ 'ਚ ਹਲੇ ਕੋਈ ਗੱਲ ਨਹੀਂ ਕੀਤੀ, ਨਾ ਕੋਈ ਬਿਆਨ ਦਿੱਤਾ ਹੈ ਤੇ ਬਸ ਇਹੀ ਹੈ ਕਿ ਜੋ ਹੁਣ ਕੋਰਟ ਨੇ ਕਿਹਾ ਹੈ ਕਿ ਉਹ ਤਾਂ ਸਾਰਿਆਂ ਨੂੰ ਮੰਨਣਾ ਹੀ ਹੁੰਦਾ ਕਿ ਹੁਣ ਇਹ ਕੇਸ ਦੁਬਾਰਾ ਜਿਹੜਾ ਹੈਗਾ ਦੁਬਾਰਾ ਤੋਂ ਸੁਣਵਾਈ ਇਹਦੇ ਵਿੱਚ ਹੋਏਗੀ ਤੇ ਹੁਣ ਕਦੋਂ ਇਹ ਕੇਸ ਲੱਗੇਗਾ ਇਹ ਵੀ ਹਲੇ ਫਿਕਸ ਨਹੀਂ ਹੈ। ਹਾਲਾਂਕਿ ਜਿਹੜੇ ਮਜੀਠੀਆ ਦੇ ਵੱਲੋਂ ਵਕੀਲ ਪੇਸ਼ ਹੋਏ ਸੀਗੇ, ਸੀਨੀਅਰ ਵਕੀਲ ਨੇ ਐਡਵੋਕੇਟ ਚੀਮਾ, ਉਹਨਾਂ ਨੇ ਕੋਰਟ ਤੋਂ ਮੰਗ ਕੀਤੀ ਸੀ ਕਿ
ਵੀ ਤੁਸੀਂ ਦੂਸਰੀ ਕੋਰਟ 'ਚ ਨਾ ਭੇਜੋ, ਡੇਟ ਪਾ ਦਿਓ, 11 ਤਰੀਕ ਦੀ ਡੇਟ ਪਾ ਦਿਓ ਜਾਂ ਹੋਰ ਕੋਈ ਡੇਟ ਪਾ ਦਿਓ, ਅਸੀਂ ਦੁਬਾਰਾ ਤੋਂ ਰੀ-ਹੀਅਰਿੰਗ ਇਹਦੀ ਕੇਸ ਦੀ ਕਰ ਦੇਵਾਂਗੇ। ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ, ਉਹ ਇਸ ਕੇਸ ਨੂੰ ਨਹੀਂ ਸੁਣਨਗੇ। ਹੁਣ ਚੀਫ ਜਸਟਿਸ ਹੀ ਇਸ ਕੇਸ ਨੂੰ ਕਿਸੇ ਦੂਸਰੀ ਕੋਰਟ ਦੇ ਵਿੱਚ ਭੇਜਣਗੇ। ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇੱਕ ਗੱਲ ਬੜੀ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਨਕਲੀ ਰਾਮ ਰਹੀਮ ਬਾਹਰ ਆ ਗਏ ਤੇ ਅਸਲੀ ਰਾਮ ਰਹੀਮ ਜੇਲ੍ਹ ਦੇ ਵਿੱਚ ਨੇ, ਤੇ ਡੇਰਾ ਪ੍ਰੇਮੀਆਂ ਨੇ ਇਸ ਨੂੰ ਲੈ ਕੇ ਪਟੀਸ਼ਨ ਵੀ ਮਾਨਯੋਗ ਅਦਾਲਤ ਦੇ ਵਿੱਚ ਪਾਈ ਸੀ ਤੇ ਇਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਦੇ ਜੱਜਸ ਨੇ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਗਾਈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਟੀਸ਼ਨ ਦਾਇਰ ਕਰਨ ਵੇਲੇ ਦਿਮਾਗ ਦੀ ਵਰਤੋਂ ਜ਼ਰੂਰ ਕਰੋ। पिटिशन में प्रेयर ये थी कि जो राम रहीम अभी पैरोल पे वापस बाहर आए हुए हैं वो असली राम रहीम नहीं है बल्कि एक डमी राम रहीम है। इस पिटिशन पे आज आर्ग्यूमेंट्स हुई और रिस्पोंडेंट नंबर 4 हनीप्रीत की तरफ से हम अपीयर हुए और कोर्ट ने बहुत ही स्ट्रॉन्ग ऑब्जर्वेशंस के साथ इस पिटिशन को डिसमिस किया। ये एक फ्रिवलेस पिटिशन थी जिसमें फ्रिवलेस एलिगेशंस लगाए गए थे जिसका कोई एविडेंस नहीं था, प्रिजम्पशंस और एजम्पशंस के बेसिस पे। और कोर्ट ने भी ये ऑब्जर्वेशन दी पिटिशनर को सबसे पहले कि लगता है आप एक कोई फिक्शन मूवी देखकर आए हैं और फिक्शन मूवी के हिसाब से आप ये एलिगेशंस लगा रहे हैं और पिटिशन फाइल कर दी है। कोर्ट ने इतना तक कहा कि एटलीस्ट आप रीड तो कीजिए कि आपने पिटिशन में लिखा क्या है। आप कह रहे हैं कि डमी राम रहीम है, हाउ इज़ इट पॉसिबल? ह्यूमन क्लोनिंग कैसे पॉसिबल हो सकती है? स्टेट से भी कोर्ट ने पूछा कि आपकी क्या इंस्ट्रक्शंस है और स्टेट ने बहुत क्लियरली कहा कि जेल से पैरोल पे आए हैं वो बाहर, जेल से लेकर पैरोल पे बाहर आने तक भी उनके साथ सिक्योरिटी है, जेल अथॉरिटीज़ ने उनको दिया है। वो पिछले 4-4.5 साल से जेल में हैं। ऑब्वियसली ये क्वेश्चन उठ ही नहीं सकता कि वो एक डमी राम है। और कोर्ट ने बहुत स्ट्रॉन्ग ऑब्जर्वेशन के साथ ये भी कहा है कि ये पिटिशन विद कॉस्ट डिसमिस होनी चाहिए। और हमने कोर्ट के सामने ये भी बताया कि पहले भी ऐसी पिटिशन एक फाइल हुई थी जो कि इसी तरह एक पर्सन ने फाइल किया था जिसमें 50,000 कॉस्ट के साथ वो पिटिशन डिसमिस हुई थी जब ये कहा गया था कि जेल में राम रहीम का मर्डर कर दिया जाएगा। वो पिटिशन भी हाई कोर्ट ने 50,000 कॉस्ट के साथ डिसमिस की थी और आज भी कोर्ट को हमने वो ऑर्डर पढ़ाया और जो इसमें वन ऑफ द पिटिशनर है वो उस समय भी पेश हुए थे। ये सारे फैक्ट्स हमने कोर्ट के सामने रखे और कोर्ट ने पिटिशन को डिसमिस कर दिया। क्या कुछ जुर्माना लगाएगा? अभी जो कॉस्ट लगनी है वो नहीं बताई गई है, बट कॉस्ट लगाई जाएगी ऐसा कोर्ट ने कहा। इसमें पार्टी बनाया गया था हनीप्रीत को और नैन जो है। हाँ, इसमें स्टेट अथॉरिटीज़ के अलावा रिस्पोंडेंट नंबर 4 हनीप्रीत थी जिसकी तरफ से हम पेश हुए और रिस्पोंडेंट नंबर 5 PR नैन। ਉਧਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਵੀ ਮਾਨਯੋਗ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਉਹਨਾਂ ਦੀ ਪਟੀਸ਼ਨ ਨੂੰ ਨਾਮਨਜ਼ੂਰ ਕਰ ਲਿਆ ਗਿਆ ਹੈ। ਪਟੀਸ਼ਨ ਵਿੱਕੀ ਮਿੰਡੂ ਖੇੜਾ ਕਤਲ ਕੇਸ ਦੇ ਨਾਲ ਜੁੜੀ ਹੋਈ ਸੀ, ਪਰ ਮਾਨਯੋਗ ਹਾਈ ਕੋਰਟ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸ਼ਗਨਪ੍ਰੀਤ ਭਾਰਤ ਆ ਕੇ ਜਾਂਚ ਦੇ ਵਿੱਚ ਸ਼ਾਮਿਲ ਹੋਣ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 6 जुलाई ਨੂੰ होगी। देखिए, शगनप्रीत के मामले में आज स्टेटस रिपोर्ट स्टेट द्वारा नहीं फाइल की गई थी जिसके लिए उन्होंने टाइम मांगा है और परसों के लिए आर्ग्यूमेंट्स के लिए केस फिक्स हुआ है। तब तक स्टेटस रिपोर्ट भी आ जाएगी जिसकी कॉपी को हमें भी सप्लाई करेगा। कोर्ट ने कहा है कि शगनप्रीत को मैसेज कन्वे किया जाए कि अगर इंटरिम मिलती है तो उसको रद्द भी कर सकते हैं। वो तमाम कोर्ट ने हमसे क्वेरी करा था कि इन केस कोर्ट इंटरिम देता है और शगनप्रीत इंटरिम के बाद वापस आते हैं पर उसके बाद फाइनली अगर पिटिशन डिसमिस होती है तो क्या पिटिशनर इसके लिए कंफर्टेबल है आने के लिए। तो हमने कोर्ट के सामने कहा कि ये क्वेरी हम पहले ही पिटिशनर से इंस्ट्रक्शंस ले चुके हैं। ही इज़ रेडी टू कम टू इंडिया बिकॉज ही इज़ रेडी टू जॉइन इन्वेस्टिगेशन। भले ही उनको इंटरिम मिलती है कोर्ट से या नहीं मिलती है, वो एक बेल का राइट है जो उन्होंने अपॉर्चुनिटी ले रहे हैं। बट इन केस पिटिशन अगर डिसमिस होती भी है देन ऑल्सो ही इज़ रेडी टू कम एंड ही हैज़ नो ऑब्जेक्शन इन दैट। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਫੈਕਲਟੀ ਪ੍ਰੋਗਰਾਮ ਕਰਵਾਇਆ ਗਿਆ। ਇਸ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਵੱਲੋਂ ਵੀ ਹਿੱਸਾ ਪਾਇਆ ਗਿਆ ਤੇ ਨਾਲੋਂ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਕੇਂਦਰੀ ਮੰਤਰੀ ਵੀ ਸ਼ਾਮਿਲ ਹੋਏ। ਚੰਡੀਗੜ੍ਹ ਯੂਨੀਵਰਸਿਟੀ 'ਚ ਇੰਟਰਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ 'ਚ ਦੁਨੀਆ ਦੇ 32 ਦੇਸ਼ਾਂ ਦੀਆਂ
75 ਯੂਨੀਵਰਸਿਟੀਆਂ ਦੇ 100 ਤੋਂ ਵੀ ਜ਼ਿਆਦਾ ਅਕੈਡਮੀਸ਼ੀਅਨ ਹਿੱਸਾ ਲੈ ਰਹੇ ਹਨ। ਕੇਂਦਰੀ ਸਿੱਖਿਆ ਰਾਜ ਮੰਤਰੀ ਡਾਕਟਰ ਰਾਜਕੁਮਾਰ ਰੰਜਨ ਸਿੰਘ ਨੇ ਬਤੌਰ ਮੁੱਖ ਮਹਿਮਾਨ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਮੌਕੇ ਉਹਨਾਂ ਕਿਹਾ ਕਿ ਇੰਟਰਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਬਹੁਤ ਹੀ ਮਹੱਤਵਪੂਰਨ ਹੈ। ਇਹ ਉਚੇਰੀ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦੀ ਦਿਸ਼ਾ 'ਚ ਇੱਕ ਬੇਹੱਦ ਕਾਰਗਰ ਸਾਬਤ ਹੋਵੇਗਾ। ਉੱਥੇ ਹੀ ਉਹਨਾਂ ਗਿਆਨ ਅਤੇ ਰਿਸਰਚ ਨੂੰ बढ़ावा देने ਤੇ ਜ਼ੋਰ ਦਿੱਤਾ क्योंकि ਗਿਆਨ ਜ਼ਰੀਏ ਹੀ ਕੋਈ ਦੇਸ਼ ਖੁਸ਼ਹਾਲ ਬਣ ਸਕਦਾ ਹੈ। ਡਾਕਟਰ ਰਾਜਕੁਮਾਰ ਰੰਜਨ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਾਲ ਭਾਰਤ ਮੁੜ ਵਿਸ਼ਵ ਗੁਰੂ ਬਣੇਗਾ। आज़ादी का अमृत का पालन कर रहा है। उसी समय में चंडीगढ़ यूनिवर्सिटी ने कम से कम 75 ग्लोबल यूनिवर्सिटी को यहाँ आकर कन्वर्सेंट कर इतना खुश हो गया हमारा। तो फिर मैंने बता दिया था तो आने वाले 24 या माने 2024 को 2047 को हम अमृत काल में हम क्या स्टेटस पहुंचना चाहिए और फिर हमारा विश्व गुरु कैसा बन जाएंगे और कैसा इनोवेशन और इनोवेशन एंड रिसर्च काम क्या करोगे तो हमारा इसी समय में होगा। तो फिर मेरा बहुत आशा है चंडीगढ़ यूनिवर्सिटी को इसके फ्रंट एरिया में आएगा और उसको काम करेगा। कोविड आने के पहले तो सम यूनिवर्सिटी लाइक इंदिरा गांधी ओपन यूनिवर्सिटी और यूनिवर्सिटी ग्रांट्स कमीशन का कंट्री वाइड प्रोग्राम है, डिजिटल प्रोग्राम चल रहा था। और फिर कोविड के समय में हमारा इनोवेटिव आइडिया आ गया और फिर हमारा जनरेशन को एजुकेशन स्टॉप नहीं करना चाहिए। इसलिए हमारा कोविड आने के बाद प्राइम मिनिस्टर ने बार बार हमको बोला था डिजिटाइज इंडिया, डिजिटल इंडिया, एंड उसी माध्यम से हमारे एजुकेशन को स्ट्रेंथन किया है। तो आज हाइब्रिड मोड में ऑफलाइन ऑनलाइन ओडी लाइन को हम बहुत इम्प्रूव हो गया और फिर डिजिटल यूनिवर्सिटी बनाने के लिए प्राइम मिनिस्टर के सपना को हम अभी फुलफिल करना है। तो इसलिए नेशनल एजुकेशन पॉलिसी ने हमारा स्टैंडर्ड ऑफ एजुकेशन और एफोर्डेबल क्वालिटी एजुकेशन मैंने पहले से बता दिया ना। एजुकेशन हायर एजुकेशन के लिए बहुत पुराना बात सब विषय से हमारा इंडिया को आकर शिक्षा लिया है। तो इसलिए उसी प्लेटफॉर्म से प्राइम मिनिस्टर ने रिवाइब्रेट करने की तैयार हुआ। इसकी रिजल्ट तो नेशनल एजुकेशन पॉलिसी 2020 आ गया तो हम शुरू किया। तो इसी स्लोली धीरे धीरे हमारा सब स्टूडेंट को नॉट ओनली इंडियन स्टूडेंट्स बट अदर फॉरेन स्टूडेंट्स आल्सो शुड कम एंड स्टडी। इंडिया शुड बी द विश्व गुरु। ਰੋਇਲ ਡੈਨਿਸ਼ ਦੇ ਰਾਜਦੂਤ ਫਰੈਡੀ ਸਮਾਈਨ ਨੇ ਕਿਹਾ ਕਿ ਭਾਰਤ ਕੋਲ ਵੱਡੀ ਯੁਵਾ ਸ਼ਕਤੀ ਹੈ। ਉਹਨਾਂ ਦੇ ਲਈ ਸਿੱਖਿਆ ਹੀ ਬਿਹਤਰ ਭਵਿੱਖ ਦੇ ਰਾਹ ਖੋਲ ਸਕਦੀ ਹੈ। ਸਾਡੀ ਸਿੱਖਿਆ ਪ੍ਰਸ਼ਨ ਆਧਾਰਿਤ ਹੋਣੀ ਚਾਹੀਦੀ ਹੈ। ਇਸ ਨਾਲ ਸਿੱਖਿਆ ਦਾ ਮੌਕਾ ਮਿਲਦਾ ਹੈ। ਚੰਡੀਗੜ੍ਹ ਦੇ ਐਡਵਾਈਜ਼ਰ ਧਰਮਪਾਲ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵੱਖ ਖੇਤਰਾਂ 'ਚ ਚੰਗਾ ਕੰਮ ਕਰ ਰਹੀ ਹੈ। ਨਿਊ ਐਜੂਕੇਸ਼ਨ ਪਾਲਿਸੀ ਨਾਲ ਭਾਰਤ 'ਚ ਲਾਜਵਾਬ ਤਬਦੀਲੀਆਂ ਹੋਣਗੀਆਂ ਅਤੇ ਇਹ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ 'ਚ ਮਦਦਗਾਰ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਸਿੱਖਿਆ ਅਤੇ ਗਿਆਨ ਦੇ ਖੇਤਰ 'ਚ ਸ਼ਾਨਦਾਰ ਕੰਮ ਕਰ ਰਹੀ ਹੈ। ਉੱਥੇ IIT ਰੋਪੜ ਦੇ ਡਾਇਰੈਕਟਰ ਰਾਜੀਵ ਆਹੂਜਾ ਨੇ ਕਿਹਾ ਕਿ ਇਨੋਵੇਸ਼ਨ ਅਤੇ ਕੋਲੈਬੋਰੇਸ਼ਨ ਨਾਲ ਅਸੀਂ ਅੱਗੇ ਵਧ ਸਕਦੇ ਹਾਂ। ਬੇਸਿਕ ਸਾਇੰਸ ਕਲਚਰ ਨੂੰ ਡਿਵੈਲਪ ਕਰਨ ਦੀ ਲੋੜ ਹੈ। ਹਿਊਮਨ ਵੈਲਫੇਅਰ ਦੇ ਲਈ ਸਿੱਖਿਆ ਹੋਣੀ ਚਾਹੀਦੀ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਮਹਿੰਗਾਈ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ। ਪਹਿਲਾਂ CNG ਡੀਜ਼ਲ ਤੋਂ ਸਸਤੀ ਹੋਇਆ ਕਰਦੀ ਸੀ, ਪਰ ਹੁਣ ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ CNG ਡੀਜ਼ਲ ਤੋਂ ਮਹਿੰਗੀ ਹੋ ਗਈ ਹੈ। ਰੇਟ ਵੱਧ ਗਏ ਨੇ। ਹੁਣ ਡੀਜ਼ਲ ਸਸਤਾ ਤੇ CNG ਮਹਿੰਗੀ ਹੈ। ਚੰਡੀਗੜ੍ਹ ਵਿੱਚ CNG ਦਾ ਰੇਟ ਡੀਜ਼ਲ ਤੋਂ ਵੀ ਜ਼ਿਆਦਾ ਹੋ ਗਿਆ। ਪਹਿਲਾਂ ਸ਼ਹਿਰ ਵਿੱਚ CNG 83 ਰੁਪਏ ਕਿਲੋ ਸੀ। ਹੁਣ 2 ਰੁਪਏ ਰੇਟ ਵਧਣ ਦੇ ਨਾਲ CNG 85 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਉੱਥੇ ਹੀ ਕੁਝ ਪੈਟਰੋਲ ਪੰਪਾਂ ਤੇ CNG 85.40 ਰੁਪਏ ਦੇ ਵਿੱਚ ਮਿਲ ਰਹੀ ਹੈ ਤੇ ਉੱਥੇ ਹੀ ਸ਼ਹਿਰ ਦੇ ਵਿੱਚ ਡੀਜ਼ਲ 84.26 ਰੁਪਏ ਪ੍ਰਤੀ ਲੀਟਰ ਹੈ ਤੇ ਉੱਥੇ ਹੀ ਹੁਣ CNG ਦੇ ਰੇਟ ਵਧਣ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਜ਼ਿਆਦਾਤਰ ਸ਼ਹਿਰ ਦੇ
ਆਟੋ ਸੀਐਨਜੀ ਤੇ ਚੱਲਦੇ ਨੇ ਤੇ ਟੈਕਸੀਆਂ ਸਮੇਤ ਨਿੱਜੀ ਗੱਡੀਆਂ ਦੇ ਵਿੱਚ ਵੀ ਲੋਕਾਂ ਨੇ ਸੀਐਨਜੀ ਕਿੱਟਾਂ ਲਗਵਾਈਆਂ ਹੋਈਆਂ ਨੇ। ਸੀਐਨਜੀ ਦੇ ਰੇਟ ਵਧਣ ਦੇ ਨਾਲ ਆਟੋ ਚਾਲਕਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਸੀਐਨਜੀ ਦਾ ਰੇਟ ਵਧਣ ਦੇ ਨਾਲ ਉਹਨਾਂ ਦੀ ਜੇਬ ਦੇ ਉੱਪਰ ਸਿੱਧਾ ਫਰਕ ਪਵੇਗਾ। बहुत फ़र्क पड़ जाता है। अभी यहाँ पे 85 रुपये है, 34 सेक्टर में इससे भी कम है। चंडीगढ़ में अलग अलग हो रहा है। एक चंडीगढ़ में एक रेट तो होना चाहिए, डीजल का, पेट्रोल का, सीएनजी का, हर चीज़ का एक रेट होना चाहिए। सर चलाना ये जो मर्जी जितना मांगे मुझे चलना पड़ेगा ही। तो पैसे पूरे हो जाते हैं? हाँ कर लेते हैं, दिन भर दौड़ते हैं। महंगाई तो है लेकिन करना पड़ता है। तो अब सिर्फ रोटी दाल फुल्का ही चलता है? बस वही घर चलाना है बस। सर पहला सस्ती होती, चलो पहला हवाई चलाई चली जल्दी चलता, बड़ा घर का खर्चा बड़ा दिक्कत हो रही थी। मुश्किल हो गया। पहले तो सरकार बोलती थी सीएनजी लो, अब इलेक्ट्रिकल वाली चला दी है तो बहुत चलाना मुश्किल है। तो सीएनजी बहुत महंगी हो गई, सरकार पता नहीं क्या कर रही है। क्योंकि घर चलाना कितना मुश्किल? बहुत मुश्किल हो गया सर घर चलाना। ਸਾਡੀ ਤਾਂ ਇਹੀ ਰਿਕੁਐਸਟ ਹੈ ਸਰ, ਸੀਐਨਜੀ ਅਗਰ ਤੁਸੀਂ ਚਾਹੁੰਦੇ ਹੋ ਤਾਂ ਪੋਲਿਊਸ਼ਨ ਤੋਂ ਕਹਿ ਰਹੇ ਹੋ ਵੀ ਸੀਐਨਜੀ ਚੰਗੀ ਆ, ਮਤਲਬ ਡੀਜ਼ਲ ਪੈਟਰੋਲ ਤੋਂ ਤਾਂ ਫਿਰ ਇਹਦੇ ਰੇਟ ਘੱਟ ਕੀਤੇ ਜਾਣ, ਨਾ ਕਿ ਵੱਧ ਕੀਤੇ ਜਾਣ ਜੀ। ਅੱਜ ਪਹਿਲਾਂ 70 ਸੀਗੀ, ਫਿਰ 80 ਹੋਈ, ਹੁਣ 85 ਹੋ ਗਈ, 85 ਹੋ ਗਈ ਆ। ਤਾਂ ਇਸ ਹਿਸਾਬ ਨਾਲ ਚੱਲਦਾ ਰਿਹਾ ਤਾਂ ਲੱਗਦਾ ਡੀਜ਼ਲ ਪੈਟਰੋਲ ਸਸਤੇ ਹੋ ਜਾਣੇ ਆ ਤੇ ਸੀਐਨਜੀ ਮਹਿੰਗੀ ਹੋ ਜਾਣੀ ਹੈ। ਫਿਰ ਗ੍ਰੀਨਰੀ ਦਾ ਕੀ ਫਾਇਦਾ ਜੀ? ਇੱਕ ਪਾਸੇ ਕਹਿੰਦੇ ਚੰਡੀਗੜ੍ਹ ਗ੍ਰੀਨ ਹੋਣਾ ਚਾਹੀਦਾ ਜੀ। ਉਹ ਸਰ ਤੁਹਾਨੂੰ ਨਹੀਂ ਲੱਗਦਾ ਅੱਜ ਪੈਟਰੋਲ ਡੀਜ਼ਲ ਸੀਐਨਜੀ ਬਰਾਬਰੀ ਤਕਰੀਬਨ ਬਰਾਬਰੀ ਹੋ ਗਈ? ਬਿਲਕੁਲ ਬਰਾਬਰ ਹੈ ਜੀ, ਕੋਈ ਫਰਕ ਨਹੀਂ ਗਾ। ਸਗੋਂ ਡੀਜ਼ਲ ਸਸਤਾ ਵਾ, ਪੈਟਰੋਲ ਦਾ ਵੀ 10 ਰੁਪਏ ਦਾ ਫਰਕ ਰਹਿ ਗਿਆ ਜੀ। ਉਹ हो सकता आने वाले टाइम से कह रहे डीजल पेट्रोल सस्ता करना, सीएनजी महंगी हो रही है। फ़र्क तो काफ़ी पड़ेगा ना इसके अंदर, तो वैसे भी बहुत महंगाई हो रखी है, ऊपर से यही नहीं हो रहा है। तो गाड़ी की किस्त ना तो गाड़ी किस्त निकलेगी, ना फिर कमाएंगे क्या, फिर खाएंगे क्या? अब आप ही बताओ। पर सरकार ने कहा था प्रदूषण फ्री के लिए सीएनजी चलाओ, अब कह रही है इलेक्ट्रिक चलाओ। अब 10-10 की गाड़ियाँ आप लोगों ने खरीदी हुई हैं। अगर इलेक्ट्रिक चलाएंगे तो उन्हें चार्ज कब करेंगे? हमें चलना होता है 24 घंटे। अब 24 घंटे में गाड़ी को चार्ज करने में लगेंगे हमें 6-7 घंटे, तो फिर हमारा क्या बचेगा फिर पीछे? इसलिए सीएनजी अगर महंगी हुई तो फिर नुकसान में ही है सब कुछ। तो आपने ये 10 लाख की गाड़ी ली है, इसका कितना मुश्किल होगा आपको कर्ज उतारना? मुश्किल होगा अभी तो। अब घर का गुजारा चल जाता है आपका? अभी तक तो चल रहा है। अगर सीएनजी ऐसे महंगी होती रही तो फिर हम ये भी बेचनी पड़ेगी, फिर कुछ ना कुछ और करना पड़ेगा। ਜਾਣਕਾਰੀ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਪੈਟਰੋਲ ਦਾ ਰੇਟ 96.20 ਰੁਪਏ ਪ੍ਰਤੀ ਲੀਟਰ ਹੈ ਤੇ ਬੀਤੇ ਮਾਰਚ ਮਹੀਨੇ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਰੇਟ ਲਗਾਤਾਰ ਕਈ ਦਿਨਾਂ ਤੱਕ ਵਧਦਾ ਰਿਹਾ ਸੀ ਤੇ ਉੱਥੇ ਹੀ ਘਰੇਲੂ ਗੈਸ ਸਿਲੰਡਰ ਦਾ ਰੇਟ ਵੀ 1000 ਰੁਪਏ ਤੋਂ ਜ਼ਿਆਦਾ ਹੋ ਚੁੱਕਿਆ। ਉੱਥੇ ਹੀ ਦੂਜੇ ਪਾਸੇ ਆਟੋ ਚਾਲਕਾਂ ਨੇ ਵੀ ਇਹ ਮੰਗ ਕੀਤੀ ਹੈ ਕਿ ਰੇਟ ਘੱਟ ਹੋਣੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਗੁਜ਼ਰ ਬਸਰ ਆਸਾਨੀ ਦੇ ਨਾਲ ਕਰ ਸਕਣ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। रुख मौसम का कर लेने ਤਾਂ ਮੀਂਹ ਤੋਂ ਬਾਅਦ ਉਮੀਦ ਸੀ ਕਿ ਮੌਸਮ ਕਰਵਟ ਲਵੇਗਾ ਤੇ ਥੋੜਾ ਜਿਹਾ ਠੰਡਾ ਮੌਸਮ ਹੋਵੇਗਾ, ਪਰ ਅਜਿਹਾ ਨਹੀਂ ਹੋਇਆ। ਲਗਾਤਾਰ ਗਰਮੀ ਵੱਧਦੀ ਹੀ ਜਾ ਰਹੀ ਹੈ। ਉਧਰ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਜ਼ਰੂਰ ਪਵੇਗਾ। ਉਧਰ ਜੇ ਹੁਣ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 28.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਜ਼ਾ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।